ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਾਹੁਲ ਕਾਲਾ ਤੇ ਦੁਪਹਿਰ 3 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਪੰਚਾਇਤੀ ਹੈ ਸ਼ਾਮਲਾਟ ਜ਼ਮੀਨਾਂ ਜਾਂ ਫਿਰ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਜਾਂ ਕੋਈ ਵੀ ਸਰਕਾਰੀ ਜ਼ਮੀਨ ਹੈ ਜਿਸ ਨੇ ਵੀ ਉਸ ਦੇ ਉੱਪਰ ਕਬਜ਼ਾ ਕੀਤਾ ਹੋਇਆ ਉਸ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਕਿ ਕਬਜ਼ੇ ਨੂੰ ਛੱਡ ਦਿੱਤਾ ਜਾਵੇ, ਨਹੀਂ ਤਾਂ ਫਿਰ 1 ਜੂਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ। ਸੀਐਮ ਭਗਵੰਤ ਮਾਨ ਨੇ ਜੋ ਟਵੀਟ ਕੀਤਾ ਹੋਇਆ ਹੈ ਕਿ ਜਿਹੜੇ ਰਸੂਖਦਾਰ ਲੋਕਾਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਸ਼ਾਮਲਾਟ ਜੰਗਲਾਤ ਵਿਭਾਗ ਦੀ ਜਾਂ ਫਿਰ ਕੋਈ ਹੋਰ ਸਰਕਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਅਪੀਲ ਹੈ ਕਿ 31 ਮਈ ਤੱਕ ਆਪਣੇ ਕਬਜ਼ੇ ਛੱਡ ਦਿਓ, ਕਿਉਂਕਿ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਛਡਵਾਉਣ ਦੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ। ਸੀਐਮ ਭਗਵੰਤ ਮਾਨ ਦੇ ਇਸ ਟਵੀਟ ਤੋਂ ਬਾਅਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਜਿਹੜੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਕਰੀਬਨ ਜਦੋਂ ਅਪੀਲ ਕੀਤੀ ਸੀ ਕਿ ਆਪਣੇ ਆਪ ਲੋਕ ਜ਼ਮੀਨ ਤੇ ਉੱਪਰ ਕੀਤਾ ਹੋਇਆ ਕਬਜ਼ਾ ਛੱਡ ਦੇਣ ਤਾਂ ਉਸ ਸਮੇਂ 3396 ਲੋਕਾਂ ਨੇ ਆਪ ਮੁਹਾਰੀ ਜ਼ਮੀਨ ਜਿਹੜੀ ਹੈ ਉਹ ਛੱਡ ਦਿੱਤੀ ਸੀ। ਤਾਂ ਇਸ ਸੰਬੰਧੀ ਹੁਣ ਵੀ ਜਿਹੜੀ ਅਪੀਲ ਕੀਤੀ ਗਈ ਹੈ ਕਿ ਆਪੇ ਜ਼ਮੀਨ ਛੱਡੀ ਜਾਵੇ। ਇਸ ਮੁਹਿੰਮ ਦੇ ਦੌਰਾਨ ਜਿਹੜਾ ਵੀ ਵਿਅਕਤੀ ਜਿਹੜਾ ਵੀ ਜਿਦ ਕੋ ਵੀ ਇਹ ਜ਼ਮੀਨ ਜਗ੍ਹਾ ਦੱਬੀ ਹੈ ਉਹ 31 ਮਈ ਤੱਕ ਇਹਨੂੰ ਬਦਲ ਜਿਹੜਾ ਛੱਡ ਦੇਵੇ। 31 ਮਈ ਤੱਕ ਉਹ ਆਪਣੇ ਆਪ ਹੀ ਛੱਡ ਦੇਣ। ਪਿਛਲੇ ਵਾਰ ਵੀ ਜਦੋਂ ਸੀਐਮ ਸਾਹਿਬ ਨੇ ਅਪੀਲ ਕੀਤੀ ਸੀਗੀ, ਪਿਛਲੀ ਵਾਰ ਅਸੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ, ਅਪੀਲ ਵੀ ਕੀਤੀ। ਔਰ ਸਾਡੇ ਮਾਨਯੋਗ ਮੁੱਖ ਮੰਤਰੀ ਇੰਨੇ ਹਰਮਨ ਪਿਆਰੇ ਲੋਕਾਂ ਦੇ ਵਿੱਚ ਉਹਨਾਂ ਦੀ ਅਪੀਲ ਦੇ ਉੱਤੇ 3396 ਏਕੜ ਜ਼ਮੀਨ ਪਿਛਲੇ ਸਾਲ ਵੀ ਲੋਕਾਂ ਨੇ ਆਪ ਛੱਡੀ ਸੀਗੀ। ਤੇ ਅੱਜ ਵੀ ਇਹ ਅਪੀਲ ਕਰ ਰਿਹਾ ਮੈਂ ਕਿ 31 ਮਈ ਤੱਕ ਜਿਹੜਾ ਵੀ ਬੰਦਾ ਆਪਣੇ ਆਪ ਜ਼ਮੀਨ ਜਿਹੜੀ ਛੱਡ ਦੂਗਾ ਉਹਦੇ ਤੇ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ, ਕਿਉਂਕਿ ਕਈ ਲੋਕਾਂ ਕੋਲ ਇਹ ਜ਼ਮੀਨ ਦੱਬੀ ਨੂੰ 30 ਸਾਲ ਹੋ ਗਏ, 20 ਸਾਲ ਹੋ ਗਏ, 10 ਸਾਲ ਹੋ ਗਏ ਆ। ਤੇ ਅਸੀਂ ਪਿਛਲੇ ਸਾਲ ਵੀ ਕਿਹਾ, ਅੱਜ ਵੀ ਇਹ ਬੇਨਤੀ ਕਰਨ ਲੱਗੇ ਹਾਂ ਕਿ ਮੇਰੇ ਭਰਾਓ 31 ਤਰੀਕ ਤੱਕ ਜਿਹਦੇ ਕੋਲ ਜ਼ਮੀਨ ਆ ਆਪਣੇ ਆਪ ਛੱਡ ਦਿਓ। ਜਿਹੜਾ ਨਹੀਂ ਛੱਡੂਗਾ 1 ਜੂਨ ਤੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਇਹ ਜ਼ਮੀਨਾਂ ਜਿਹੜੀਆਂ ਅਸੀਂ ਛਡਾ ਰਹੇ ਹਾਂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਜਿਹੜਾ ਮਜਬੂਰ ਹੋਵਾਂਗੇ। ਅਸੀਂ ਜ਼ਮੀਨ ਹਰ ਹਾਲਤ ਛਡਾਉਣੀ ਆ, ਭਾਵੇਂ 2 ਮਰਲੇ ਆ 4 ਮਰਲੇ ਆ, ਕਿਤੇ ਕਨਾਲ ਆ, ਕਿਤੇ ਜਿਹੜੀ 10 ਕਿੱਲੇ ਆ, 20 ਏਕੜ ਆ, ਕਈਆਂ ਥਾਵਾਂ ਤੇ 100 ਏਕੜ ਆ। ਜੇਕਰ ਪਿਛਲੇ ਸਾਲ ਦੇਖਿਆ ਜਾਵੇ ਤਾਂ ਜਦੋਂ ਪਹਿਲਾ ਗੇੜ ਸ਼ੁਰੂ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਜ਼ਮੀਨ ਜੋ ਪੰਚਾਇਤੀ ਹੈਗੀ ਉਸ ਨੂੰ ਛਡਵਾਉਣ ਦੇ ਲਈ, ਸ਼ਾਮਲਾਟ ਜ਼ਮੀਨਾਂ ਨੂੰ ਛਡਵਾਉਣ ਦੇ ਲਈ ਜਾਂ ਫਿਰ ਜੰਗਲਾਤ ਦੀ, ਤਾਂ ਇਸ ਵਿਚਾਲੇ ਤਕਰੀਬਨ 9400 ਦੇ ਕਰੀਬ 9400 ਏਕੜ ਦੇ ਕਰੀਬ ਜ਼ਮੀਨ ਜਿਹੜੀ ਹੈ ਉਹ ਛਡਵਾਈ ਗਿਆ ਸੀ ਕਬਜ਼ਾ ਜ਼ਮੀਨ ਤੋਂ। ਤਾਂ ਇਸ ਤੋਂ ਬਾਅਦ ਕਈਆਂ ਦੇ ਉੱਪਰ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਵਿੱਚ ਜਾਂ ਫਿਰ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ। ਸਟੇ ਆਉਣ ਦੇ ਕਾਰਨ ਜਿਹੜੀ ਜ਼ਮੀਨ ਬਚਦੀ ਹੈ ਉਹ 9030 ਏਕੜ ਬਚਦੀ ਹੈ, ਜਿਸ ਨੂੰ ਪਿਛਲੇ ਸਾਲ ਇਸ ਕਾਰਵਾਈ ਦੇ ਦੌਰਾਨ ਛਡਾ ਦਿੱਤਾ ਗਿਆ ਸੀ, ਕਬਜ਼ਾ ਛਡਵਾਇਆ ਗਿਆ ਸੀ। ਤਾਂ ਇਸ 9030 ਏਕੜ ਜ਼ਮੀਨ ਦਾ ਜਿਹੜਾ ਜੇਕਰ ਅਸੀਂ ਇਸ ਦੀ ਵੈਲਿਊ ਕੱਢੀਏ, ਇਸ ਦੀ ਕੀਮਤ ਪਾਈਏ ਤਾਂ ਇਹ ਬਣਦੀ ਹੈ ਤਕਰੀਬਨ 2709 ਕਰੋੜ ਰੁਪਏ। ਤਾਂ ਯਾਨੀ ਕਿ 2709 ਕਰੋੜ ਰੁਪਏ ਸਿੱਧਾ ਪੰਚਾਇਤਾਂ ਦੀ ਜ਼ਮੀਨ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਨੂੰ ਆਈ ਹੈ। ਤਾਂ ਇਸ ਤੋਂ ਇਲਾਵਾ ਹੁਣ ਸਰਕਾਰ ਵੱਲੋਂ ਜੋ ਨਵੀਂ ਅਪੀਲ ਕੀਤੀ ਗਈ ਹੈ, ਦੂਸਰਾ ਪਾਸ ਸ਼ੁਰੂ ਕੀਤਾ ਗਿਆ। ਇਸ ਦੇ ਵਿੱਚ 10 ਜੂਨ ਤੋਂ ਪਹਿਲਾਂ 6000 ਏਕੜ ਜ਼ਮੀਨ ਆਇਡੈਂਟੀਫਾਈ ਕੀਤੀ ਗਈ ਹੈ ਜਿਸ ਦੇ ਉੱਪਰ ਪੰਚਾਇਤ ਦੀ ਜ਼ਮੀਨ ਹੈ ਜਿਸ ਦੇ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ। ਤਾਂ ਇਸ 6000 ਏਕੜ ਨੂੰ ਸਭ ਤੋਂ ਪਹਿਲਾਂ ਛੁਡਵਾਇਆ ਜਾਵੇਗਾ। ਅਸੀਂ ਮਿਤੀ ਹੈ ਜਿਹੜੀ 10 ਜੂਨ ਤੱਕ ਅਸੀਂ ਛਡਾਉਣਾ ਚਾਹੁੰਦੇ ਹਾਂ, ਕਿਉਂਕਿ 10 ਜੂਨ ਤੋਂ ਝੋਨੇ ਦਾ ਸੀਜ਼ਨ ਜਿਹੜਾ ਲੱਗਣਾ ਝੋਨਾ ਸ਼ੁਰੂ ਹੋ ਜਾਏਗਾ। ਅਸੀਂ 10 ਜੂਨ ਤੱਕ ਕੱਲ ਬੈਠ ਕੇ ਜਿਹੜੀ ਲੋਕੇਟ ਕੀਤੀ, ਜਿਹਦੇ ਲਈ ਕਬਜ਼ਾ ਵਾਰੰਟ ਜਾਰੀ ਕੀਤੇ ਆ, ਉਹ 6000 ਏਕੜ ਜ਼ਮੀਨ ਹੈ ਜਿਹੜੀ 10 ਜੂਨ ਤੱਕ ਅਸੀਂ ਖਾਲੀ ਕਰਾ ਲਾਂਗੇ, ਜਿਹਦੇ ਬਿਲਕੁਲ ਕੋਈ ਮਤਲਬ ਜਿਹੜਾ ਪੇਪਰ ਦੀ ਲੋੜ ਨਹੀਂ। ਸਾਡੇ ਡੀਡੀਪੀਓ ਸਾਹਿਬ ਜਿਹੜੀ ਸਾਡੇ ਮਹਿਕਮੇ ਦੀ ਕੋਰਟ ਹੁੰਦੀ ਆ ਉਹਨਾਂ ਦੇ ਮਤਲਬ ਜਿਹੜੇ ਉਹਦੇ ਕਬਜ਼ਾ ਵਾਰੰਟ ਜਾਰੀ ਕਰਤੇ ਆ। ਔਰ ਸਭ ਨੂੰ ਬੇਨਤੀ ਆ ਕਿ ਤੁਸੀਂ ਛੱਡ ਦਿਓ। 6000 ਜ਼ਮੀਨ ਜਿਹੜੀ ਹੈ ਉਹ ਅਸੀਂ 10 ਜੂਨ ਤੱਕ ਹੋਰ ਜਿਹੜੀ ਛਡਾਵਾਂਗੇ। ਬਾਕੀ ਜ਼ਮੀਨ ਵੀ ਜਿਹੜੀ ਹੈ, ਬਾਕੀ ਇਹ ਜ਼ਮੀਨ ਸਾਡੇ ਕੋਲ ਬਹੁਤ ਹੈ, 20-25000 ਏਕੜ ਹੈ। ਉਧਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਜੇਲ੍ਹ ਰੋਡ ਤੇ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਅਚਨਚੇਤ ਛਾਪਾ ਮਾਰਿਆ। ਇਸ ਦੌਰਾਨ ਜਿਹੜੇ ਹੈਗੇ ਆ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ। ਕਈ ਮੁਲਾਜ਼ਮ ਜਿਹੜੇ ਹੈਗੇ ਗੈਰ ਹਾਜ਼ਰ ਪਾਏ ਗਏ ਨੇ। ਔਰ ਇਸ ਤੋਂ ਇਲਾਵਾ ਉੱਥੇ ਪਹੁੰਚੇ ਹੋਏ ਬਿਜਲੀ ਵਿਭਾਗ ਜਾਂ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਪਹੁੰਚੇ ਹੋਏ ਲੋਕਾਂ ਤੋਂ ਵੀ ਪੁੱਛਿਆ ਕਿ ਕੋਈ ਕੰਮ ਕਰਵਾਉਣ ਜੋ ਆ ਰਹੇ ਉਹਨਾਂ ਤੋਂ ਪੁੱਛਿਆ ਵੀ ਕਿਸੇ ਤਰ੍ਹਾਂ ਦੀ ਕੋਈ ਪੈਸੇ ਦਾ ਲੈਣ ਦੇਣ ਤਾਂ ਨਹੀਂ ਹੋ ਰਿਹਾ।
ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਬਿਜਲੀ ਮੰਤਰੀ ਹੈਗੇ ਆ ਹਰਭਜਨ ਸਿੰਘ ਈਟੀਓ, ਉਹਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਰਿਹਾ ਤੇ ਇਸ ਲਈ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਸ ਕਰਕੇ ਮੈਂ ਜਿਹੜਾ ਹੈਗਾ ਹਰ ਬਿਜਲੀ ਬੋਰਡ ਦੇ ਵਿੱਚ ਅਚਨਚੇਤ ਚੈਕਿੰਗ ਕਰ ਰਿਹਾ ਕਿ ਮੁਲਾਜ਼ਮ ਆਪਣੀ ਡਿਊਟੀ ਤੇ ਸਮੇਂ ਸਿਰ ਆ ਰਹੇ ਨੇ, ਆਪਣੀ ਡਿਊਟੀ ਨੂੰ ਜ਼ਿੰਮੇਵਾਰੀ ਨਾਲ ਨਿਭਾ ਰਹੇ ਨੇ। ਤਾਂ ਇਸ ਕਰਕੇ ਉਹਨਾਂ ਨੇ ਦੱਸਿਆ ਕਿ ਜੋ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਾਂ ਛਾਪਾ ਮਾਰਿਆ ਗਿਆ, ਇੱਕ रूटीन चैकिंग है। उधर आम आदमी पार्टी के विधायक जो भ्रिष्टाचार के इल्जामों के विच गिरफ्तार है, बठिंडा देहाती तो विधायक ने अमित रतन कोटफता, इन्हां दियां हुण मुश्किलां होर वधन जा रही ने क्योंकि जो इन्हां दे उपर इल्जाम है, इन्हां ने एक सरपंच तो ग्रांट जारी करवाउण दे लई जां फंड कढवाउण दे लई तकरीबन 25 ਲੱਖ ਰੁਪਏ ਦਾ ਜੋ ਫੰਡ ਸੀ ਉਸ ਨੂੰ ਰਿਲੀਜ਼ ਕਰਵਾਉਣ ਦੇ ਲਈ 5 ਲੱਖ ਰੁਪਏ ਜਿਹੜੀ ਹੈ ਰਿਸ਼ਵਤ ਮੰਗੀ ਸੀ। ਤਾਂ ਉਸ ਤੋਂ ਬਾਅਦ ਵਿਧਾਇਕ ਅਮਿਤ ਰਤਨ ਦਾ ਪੀਏ ਜੋ ਪ੍ਰਾਈਵੇਟ ਪੀਏ ਹੈਗਾ ਰਸ਼ਮ ਗਰਗ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 4 ਲੱਖ ਰੁਪਏ ਦੇ ਨਾਲ। ਤਾਂ ਵਿਧਾਇਕ ਨੇ ਕਿਹਾ ਸੀ ਕਿ ਮੈਂ ਇਸ ਦੇ ਵਿੱਚ ਮੇਰਾ ਰੋਲ ਨਹੀਂ ਹੈ, ਮੈਂ ਇਸ ਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ ਇਸ ਬਾਰੇ ਵੀ कौन पैसे लै रहा ਜਾਂ किसने पैसे दिते है। फिर इस तो बाद जिस सरपंच के पति तो पैसे की गलबात हुई सी ਜਾਂ ਮੰਗੇ ਗਏ ਸੀ, उसने एक ऑडियो रिलीज जारी की सी, एक ऑडियो वायरल की सी जो कथित तौर के उपर विधायक ਦੀ ਤੇ ਸਰਪੰਚ ਦੇ ਪਤੀ ਦੀ ਹੈ, ਜਿਸ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਹੋਇਆ। ਤਾਂ ਹੁਣ ਇਸ ਦੀ ਜਦੋਂ ਜਾਂਚ ਕੀਤੀ ਗਈ ਹੈ ਤਾਂ ਇਹ ਪੁਸ਼ਟੀ ਹੋਈ ਹੈ ਕਿ ਜੋ ਆਡੀਓ ਹੈ ਉਹ ਵਿਧਾਇਕ ਅਮਿਤ ਰਤਨ ਕੋਟਫਤਾ ਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿਧਾਇਕ ਦੀ ਹੋਰ ਮੁਸ਼ਕਲਾਂ ਵੱਧ ਸਕਦੀਆਂ ਨੇ। ਇਸ ਤੋਂ ਬਾਅਦ ਹੁਣ ਵਿਧਾਇਕ ਅਮਿਤ ਰਤਨ ਨੇ ਜ਼ਮਾਨਤ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੇ ਉੱਪਰ 22 ਮਈ ਨੂੰ ਸੁਣਵਾਈ ਹੋਵੇਗੀ। ਉਧਰ ਡੇਰਾਬੱਸੀ ਦੇ ਵਿੱਚ ਗੈਸ ਲੀਕ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ, ਜੋ ਬਰਵਾਲਾ ਰੋਡ ਦੇ ਉੱਪਰ ਸੌਰਵ ਕੈਮੀਕਲ ਫੈਕਟਰੀ ਸਥਿਤ ਹੈ। ਉੱਥੇ ਗਡਾਊਨ ਦੇ ਵਿੱਚ ਫੈਕਟਰੀ ਦੇ ਅੰਦਰ ਦੋ ਟੈਂਕਰਾਂ ਦੇ ਵਿੱਚ ਜਾਂ ਫਿਰ ਕਹਿ ਲਓ ਕਿ 2 ਡਰਮਾਂ ਦੇ ਵਿੱਚ ਇੱਕ ਕੈਮੀਕਲ ਜ਼ਾਈਲੀਨ ਕੈਮੀਕਲ ਰੱਖਿਆ ਹੋਇਆ ਸੀ, ਜਿਸ ਦੇ ਵਿੱਚ ਧਮਾਕਾ ਹੋ ਜਾਂਦਾ ਹੈ। ਧਮਾਕਾ ਹੋਣ ਤੋਂ ਬਾਅਦ ਇਹ ਜਿਹੜੀ ਗੈਸ ਹੈਗੀ ਹੈ, ਬੀਤੀ ਦੇਰ ਰਾਤ ਤਕਰੀਬਨ 1:30-2 ਵਜੇ ਦੇ ਕਰੀਬ ਇਹ ਘਟਨਾ ਜਦੋਂ ਵਾਪਰਦੀ ਹੈ ਤਾਂ ਗੈਸ ਜਿਹੜੀ ਹੈਗੀ ਵਾਤਾਵਰਣ ਦੇ ਵਿੱਚ ਫੈਲ ਜਾਂਦੀ ਹੈ। ਤਾਂ ਉੱਥੇ ਸਥਾਨਕ ਜੋ ਲੋਕ ਰਹਿੰਦੇ ਨੇ, ਹਾਊਸਿੰਗ ਬੋਰਡ ਦੀਆਂ ਜੋ ਕਲੋਨੀਆਂ ਕੱਟੀਆਂ ਹੋਈਆਂ, ਉੱਥੇ ਜੋ ਲੋਕ ਰਹਿੰਦੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ, ਗਲੇ ਦੇ ਵਿੱਚ ਜਲਨ ਹੋ ਰਹੀ ਸੀ ਤੇ ਅੱਖਾਂ ਦੇ ਵਿੱਚ ਵੀ ਜਲਨ ਦੀ ਸ਼ਿਕਾਇਤ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ, ਮੌਕੇ ਤੇ ਪਹੁੰਚ ਕੇ ਪੁਲਿਸ ਨੇ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਲੀਕ ਜੋ ਗੈਸ ਹੋ ਰਹੀ ਸੀ ਉਸ ਤੇ ਕਾਬੂ ਪਾਇਆ। ਫਿਲਹਾਲ ਮੌਜੂਦਾ ਸਥਿਤੀ ਬਿਲਕੁਲ ਜਿਹੜੀ ਕੰਟਰੋਲ ਦੇ ਵਿੱਚ ਹੈ। ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਗੈਸ ਲੀਕ ਹੋਈ ਸੀ, ਫਿਰ ਰੋਪੜ ਦੇ ਵਿੱਚ ਵੀ ਗੈਸ ਲੀਕ ਹੋਈ ਸੀ। ਲੁਧਿਆਣਾ ਦੇ ਵਿੱਚ ਗੈਸ ਲੀਕ ਹੋਣ ਦੇ ਨਾਲ 11 ਲੋਕਾਂ ਦੀ ਮੌਤ ਹੋਈ ਸੀ, ਤਾਂ ਜੋ ਰੋਪੜ ਦੇ ਵਿੱਚ ਜਦੋਂ ਗੈਸ ਲੀਕ ਹੁੰਦੀ ਹੈ ਤਾਂ ਇਸ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਤਕਰੀਬਨ 24 ਵਿਦਿਆਰਥੀ ਜਿਹੜੇ ਹੈਗੇ ਲਪੇਟ ਦੇ ਵਿੱਚ ਆ ਜਾਂਦੇ ਨੇ। ਤਕਰੀਬਨ 2000 ਤੋਂ ਵੱਧ ਵਿਦਿਆਰਥੀ ਉਸ ਜਗ੍ਹਾ ਦੇ ਉੱਪਰ ਉਸ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ 24 ਦੀ ਹਾਲਤ ਜਿਹੜੀ ਹੈ ਉਹ ਜ਼ਿਆਦਾ ਖਰਾਬ ਹੋ ਜਾਂਦੀ ਹੈ। ਤਾਂ ਗੈਸ ਲੀਕ ਹੋਣ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ। ਉਧਰ ਖੰਨਾ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ। ਕੁੱਤਿਆਂ ਨੂੰ ਜੋ ਅਵਾਰਾ ਕੁੱਤੇ ਹੈਗੇ, ਇਹਨਾਂ ਨੂੰ ਕਿਸੇ ਨੇ ਜ਼ਹਿਰੀਲਾ ਪਦਾਰਥ ਖਵਾਇਆ ਤੇ ਜਿਸ ਕਰਕੇ 25 ਤੋਂ 30 ਕੁੱਤਿਆਂ ਦੀ ਮੌਤ ਹੋ ਗਈ ਹੈ। ਇਹ ਜਿਹੜੀ ਘਟਨਾ ਹੈਗੀ ਖੰਨਾ ਦੀ ਕੇਹਰ ਸਿੰਘ ਕਲੋਨੀ ਦੇ ਵਿੱਚ ਵਾਪਰੀ ਹੈ। ਲੋਕਾਂ ਦਾ ਕਹਿਣਾ ਕਿ ਜਦੋਂ ਅਸੀਂ ਉੱਠੇ ਆ ਤਾਂ 4 ਗਲੀਆਂ ਦੇਖੀਆਂ ਕੇਹਰ ਸਿੰਘ ਕਲੋਨੀ ਦੀਆਂ, ਤਾਂ ਉਸ ਦੇ ਵਿੱਚ ਕੁੱਤੇ ਜਿਹੜੇ ਆ 25 ਤੋਂ 30 ਹੁੰਦੇ ਆ ਜੋ ਸਵੇਰੇ ਤੜਫਰੇ ਹੁੰਦੇ ਆ, ਤਾਂ ਕਈਆਂ ਦੀ ਮੌਤ ਹੋ ਚੁੱਕੀ ਹੁੰਦੀ ਹੈ। ਤਾਂ ਜਿਹੜੇ ਕੁੱਤੇ ਮਰੇ ਨੇ, ਇਹਨਾਂ ਦੇ ਮੂੰਹ ਦੇ ਵਿੱਚੋਂ ਜਦੋਂ ਉਲਟੀ ਕਰਦੇ ਨੇ ਇਹ ਮੂੰਹ ਦੇ ਵਿੱਚੋਂ ਲੱਡੂ ਵਰਗੀ ਕੋਈ ਚੀਜ਼ ਬਾਹਰ ਨਿਕਲਦੀ, ਜਿਸ ਤੋਂ ਇਹ ਸ਼ੱਕ ਪੈਂਦਾ ਹੈ ਕਿ ਇਹਨਾਂ ਨੂੰ ਕਿਸੇ ਨੇ ਕੋਈ ਲੱਡੂ ਦੇ ਵਿੱਚ ਜ਼ਹਿਰ ਪਾ ਕੇ ਦਿੱਤਾ ਹੋਵੇਗਾ। ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਸੀਸੀਟੀਵੀ ਖੰਗਾਲੇ ਪਰ ਕਿਹਾ ਕਿ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਤਾਂ ਨਹੀਂ ਆਇਆ। ਇਸ ਦੌਰਾਨ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜੀ ਹੈ ਉਸ ਚੀਜ਼ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਉਸ ਦੇ ਸੈਂਪਲ ਲੈ ਗਈ ਹੈ ਜੋ ਕੁੱਤੇ ਦੇ ਮੂੰਹ ਦੇ ਵਿੱਚੋਂ ਹੈ, ਤੇ ਨਾਲ ਦੀ ਨਾਲ ਕਿਹਾ ਕਿ ਪੋਸਟਮਾਰਟਮ ਇਹਨਾਂ ਕੁੱਤਿਆਂ ਦਾ ਕਰਵਾਇਆ ਜਾਵੇਗਾ। ਫਿਰ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਅਜਿਹੀ ਘਟਨਾ ਕਿਸਨੇ ਕੀਤੀ ਹੈ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਹਰਿਆਣਾ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ। ਮੋਟੇ ਪੁਲਿਸ ਮੁਲਾਜ਼ਮ ਜਿਹੜੇ ਹੋਣਗੇ ਉਹਨਾਂ ਨੂੰ ਹੁਣ ਡਿਊਟੀ ਤੇ ਨਹੀਂ ਭੇਜਿਆ ਜਾਵੇਗਾ, ਉਹ ਫੀਲਡ ਦੇ ਵਿੱਚ ਨਜ਼ਰ ਨਹੀਂ ਆਣਗੇ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੰਦਰੁਸਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਤੇ ਨਾਲ ਦੀ ਨਾਲ ਗ੍ਰਹਿ ਮੰਤਰੀ ਅਨਿਲ ਵਿਜ ਨੇ ਇੱਕ ਆਦੇਸ਼ ਜਾਰੀ ਕੀਤਾ। ਜੋ ਹੁਕਮ ਜਾਰੀ ਹੋਇਆ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਵੱਧ ਭਾਰ ਵਾਲੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ, ਕਰਮਚਾਰੀ ਹੈਗੇ, ਉਹਨਾਂ ਨੂੰ ਪੁਲਿਸ ਲਾਈਨ ਦੇ ਵਿੱਚ ਤਬਾਦਲਾ ਕੀਤਾ ਜਾਵੇਗਾ, ਉਹਨਾਂ ਨੂੰ ਫੀਲਡ ਦੇ ਵਿੱਚ ਨਹੀਂ ਰੱਖਿਆ ਜਾਵੇਗਾ। ਪੁਲਿਸ ਲਾਈਨ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਦੁਬਾਰਾ ਇਹਨਾਂ ਤੋਂ ਐਕਸਰਸਾਈਜ਼ ਫਿਟਨੈਸ ਜਦੋਂ ਇਹ ਹਾਸਲ ਕਰ ਲੈਣਗੇ ਫਿਰ ਇਹਨਾਂ ਨੂੰ ਫੀਲਡ ਦੇ ਵਿੱਚ ਭੇਜਿਆ ਜਾਵੇਗਾ। ਯਾਨੀ ਕਿ ਹੁਣ ਹਰਿਆਣੇ ਦੀਆਂ ਸੜਕਾਂ ਦੇ ਵਿੱਚ, ਹਰਿਆਣੇ ਦੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਮੋਟੇ ਪੁਲਿਸ ਮੁਲਾਜ਼ਮ ਨਹੀਂ ਦਿਖਾਈ ਦੇਣਗੇ। ਉਧਰ ਮੌਸਮ ਵਿਭਾਗ ਵੱਲੋਂ 22 ਤੋਂ 28 ਮਈ ਤੱਕ
ਕਈ ਥਾਵਾਂ ਦੇ ਉੱਪਰ ਪੰਜਾਬ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਮੀਂਹ ਅਤੇ ਝੱਖੜ ਦੀ ਸੰਭਾਵਨਾ ਜਤਾਈ ਗਈ ਹੈ। ਪੱਛਮੀ ਗੜਬੜੀਆਂ ਅਤੇ ਰਾਜਸਥਾਨ ਦੇ ਵਿੱਚ ਪ੍ਰੇਰਿਤ ਜੋ ਚੱਕਰਵਾਤੀ ਹਵਾਵਾਂ ਚੱਲ ਰਹੀਆਂ ਨੇ ਉਸ ਦੇ ਕਾਰਨ ਪੰਜਾਬ, ਹਰਿਆਣਾ, ਉੱਤਰ ਪੂਰਬੀ ਰਾਜਸਥਾਨ, ਦਿੱਲੀ ਦੇ ਜ਼ਿਆਦਾਤਰ ਖੇਤਰ ਇਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਆਉਣ ਵਾਲੇ ਜੋ ਅਗਲਾ ਹਫਤਾ ਹੈਗਾ ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਵੈਸਟਰਨ ਡਿਸਟਰਬੈਂਸ ਤੇ ਇਸ ਦਾ ਜੋ ਸਰਕੂਲੇਸ਼ਨ ਹੈਗਾ ਉੱਤਰੀ ਮੈਦਾਨੀ ਖੇਤਰਾਂ ਦੇ ਵਿੱਚ ਸਥਿਤੀ ਨੂੰ ਬਦਲਣ ਦੇ ਲਈ ਕੰਮ ਕਰ ਰਿਹਾ ਤੇ ਇਸ ਕਰਕੇ 22 ਤੋਂ 28 ਮਈ ਤੱਕ ਜਿਹੜੀ ਹੈਗੀ ਹੈ ਪੰਜਾਬ ਦੇ ਜਾਂ ਫਿਰ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਫਿਲਹਾਲ 3 ਵਜੇ ਤੱਕ ਦੀਆਂ ਇਹਨਾਂ ਖਬਰਾਂ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।